ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਰਾਮ ਨਾਮਨ ਬੇਦਿਆ ਅਵਰ ਕੇ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ। ਜਿਉ ਪਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ। ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸ਼ਿੰਗਾਰਿਆ ਤੈਸੇ ਤੀ ਲਿਵ ਲਾਏ ਰਾਮ। ਜਿਨ ਤਨ ਮਨ ਸਾਜ ਸ਼ਿੰਗਾਰਿਆ ਤੈਸੇ ਤੀ ਲਿਵ ਲਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੋ ਆਪ ਜੀ ਨੇ ਸਰਵਣ ਕੀਤੇ। ਦੱਸਦੇ ਆ ਇੱਕ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਵੀ ਦੇ ਕਿਨਾਰੇ ਤੇ ਸੰਗਤਾਂ ਦੇ ਵਿੱਚ ਦੀਵਾਨ ਸਜਾ ਕੇ ਬੈਠੇ ਹਨ ਔਰ ਜੀਵਾਂ ਦੇ ਕਲਿਆਣ ਵਾਸਤੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਜਾਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮਨ ਬੇਦਿਆ ਅਵਰ ਕੇ ਕਰੀ ਵਿਚਾਰ। ਸਿੱਖੋ ਹੋਰ ਕਿਆ ਸੋਚਣਾ ਹੈ। ਆਪਣੇ ਮਨ ਨੂੰ ਰਾਮ ਦੇ ਨਾਮ ਨਾਲ ਬਿੰਨ ਲਓ। ਜਿਸ ਤਰ੍ਹਾਂ ਇਹ ਜਲ ਜੰਤੂ ਪਾਣੀ ਦੇ ਨਾਲ ਪਿਆਰ ਕਰਦੇ ਹਨ, ਜਿਸ ਤਰ੍ਹਾਂ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ। ਇਹ ਉਦਾਹਰਨਾਂ ਪਿੱਛੇ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਸਨ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦਾ ਮਨ ਰਾਮ ਦੇ ਨਾਮ ਨਾਲ ਵਿੱਝ ਗਿਆ ਹੈ, ਹੋਰ ਕਿਆ ਦਸੀਏ। ਭਾਵ ਇਹੋ ਹੀ ਸਭ ਤੋਂ ਵੱਡੀ ਗੱਲ ਹੈ ਜੋ ਪਰਮੇਸ਼ਰ ਦਾ ਨਾਮ ਜਪਣਾ। ਇਸ ਤੋਂ ਵੱਡਾ ਹੋਰ ਕੁਝ ਵੀ ਨਹੀਂ ਹੈ। ਸਾਨੂੰ ਹਮੇਸ਼ਾ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਜਿਨ੍ਹਾਂ ਦਾ ਮਨ ਰਾਮ ਦੇ ਨਾਮ ਨਾਲ ਬੱਝ ਗਿਆ, ਉਹਨਾਂ ਨੂੰ ਹੋਰ ਕੁਝ ਵੀ ਸੋਚਣ ਦੀ ਲੋੜ ਨਹੀਂ, ਕਿਉਂਕਿ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਰੀ ਦੁਨੀਆ ਤੇਰੀ ਬਣ ਜਾਵੇਗੀ ਜੇ ਤੂੰ ਮੇਰਾ ਬਣ ਜਾਵੇਂ। ਤੋ ਜਿਨ੍ਹਾਂ ਨੂੰ ਮਾਲਕ ਨੇ ਆਪਦੇ ਬਣਾ ਲਿਆ, ਉਹਨਾਂ ਦੇ ਲਈ ਕਰਨ ਵਾਸਤੇ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ। ਉਹਨਾਂ ਨੇ ਸਭ ਕੁਝ ਕਰ ਲਿਆ ਸਮਝੋ। ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਲੱਗ ਗਈ, ਸ਼ਬਦ ਸੁਰਤ ਸੁਖ ਉਪਜੈ। ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਲਿਆ, ਉਹਨਾਂ ਦੇ ਅੰਦਰ ਆਤਮਿਕ ਸੁਖ ਪੈਦਾ ਹੋ ਗਿਆ, ਆਤਮਿਕ ਆਨੰਦ ਪੈਦਾ ਹੋ ਗਿਆ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ। ਸਾਰ ਹੁੰਦਾ ਤਤ, ਤੇ ਤਤ ਜਦ ਨਿਕਲ ਆਇਆ, ਤਤ ਹੱਥ ਆ ਗਿਆ ਤੇ ਸਮਝੋ ਸਭ ਕੁਝ ਹੱਥ ਆ ਗਿਆ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ।
ਜਿਹੜੇ ਪ੍ਰਭੂ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਨੂੰ ਸੁੱਖਾਂ ਦਾ ਨਿਚੋੜ, ਸੁੱਖਾਂ ਦਾ ਤੱਤ ਮਿਲ ਗਿਆ ਵੀ ਸੁੱਖ ਤਾਂ ਇੱਥੋਂ ਮਿਲਦੇ ਆ, ਕਿਉਂਕਿ ਲਗਭਗ ਸੰਸਾਰ ਸੁੱਖ ਲੱਭਦਾ ਹੈ। ਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਜੀਵਨ ਦੀ ਘਟਨਾ ਬਿਆਨ ਕਰਦੇ ਨੇ ਕਿ ਅਸਲ ਵਿੱਚ ਆਨੰਦ ਹੀ ਅੱਜ ਆਇਆ ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਆਏ। ਉਹਨਾਂ ਨੇ ਬਖਸ਼ਿਸ਼ ਕੀਤੀ ਤੇ ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਉਚਾਰਨ ਕਰਦੇ ਹਨ ਬਚਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਹੇ ਮੇਰੀ ਮਾਤਾ ਆਨੰਦ ਆ ਗਿਆ। ਤੇ ਹੁਣ ਸੰਸਾਰ ਵੀ ਕਹਿੰਦਾ ਹੈ ਆਨੰਦ ਆ ਗਿਆ, ਪਰ ਉਸ ਅਸਲੀ ਆਨੰਦ ਵਿੱਚ ਫਰਕ ਹੈ। ਇਹ ਸਭ ਝੂਠੇ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸਲੀ ਆਨੰਦ ਤਾਂ ਆਤਮਿਕ ਸੁੱਖ ਹੈ ਜਿਹਦੇ ਆਤਮਾ ਨੂੰ ਸ਼ਾਂਤੀ ਆਵੇ। ਔਰ ਮਨੁੱਖ ਆਤਮਾ ਦੀ ਸ਼ਾਂਤੀ ਵਾਸਤੇ ਭੱਜਿਆ ਫਿਰਦਾ ਹੈ। ਕੋਈ ਸੋਚਦਾ ਸ਼ਾਇਦ ਜੇ ਬਹੁਤ ਸਾਰੀ ਮਾਤਾ ਹੋਵੇ ਤਾਂ, ਬਹੁਤ ਸਾਰੀ ਮਾਇਆ ਹੋਵੇ ਤਾਂ ਆਤਮਿਕ ਸ਼ਾਂਤੀ ਆਵੇਗੀ। ਕੋਈ ਏਸੀ ਰੂਮਾਂ 'ਚੋਂ ਆਤਮਿਕ ਸ਼ਾਂਤੀ ਭਾਲਦਾ ਹੈ, ਕੋਈ ਜੰਗਲਾਂ ਪਹਾੜਾਂ ਵਿੱਚ ਜਾ ਕੇ ਸੋਚਦਾ ਮੈਨੂੰ ਆਤਮਾ ਦੀ ਸ਼ਾਂਤੀ ਆ ਜਾਵੇਗੀ। ਕੁਛ ਘਰੇਲੂ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰਕੇ ਸੋਚਦਾ ਹੁਣ ਸਾਨੂੰ ਆਨੰਦ ਆ ਗਿਆ। ਪਰ ਇਸ ਸੰਸਾਰ ਦੀਆਂ ਜਿਤਨੀਆਂ ਵੀ ਵਸਤੂਆਂ ਹੈ ਜਦੋਂ ਆਉਂਦੀਆਂ ਥੋੜਾ ਸੁੱਖ ਦਿੰਦੀਆਂ, ਜਾਂਦੀਆਂ ਹੋਈਆਂ ਉਦੋਂ ਦੁੱਗਣਾ ਦੁੱਖ ਦਿੰਦੀਆਂ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਇਹ ਮਾਇਆ ਰੂਪੀ ਸੰਸਾਰ ਹੱਥ ਵਿੱਚੋਂ ਨਿਕਲਦਾ, ਮਾਇਆ ਕੇਵਲ ਪੈਸਾ ਨਹੀਂ ਹੁੰਦਾ, ਧੀਆਂ ਪੁੱਤਰ ਵੀ ਮਾਇਆ ਹੁੰਦੇ ਆ, ਸੰਪਤੀ ਵੀ ਮਾਇਆ ਹੁੰਦੀ ਆ, ਕੋਠੀਆਂ ਕਾਰਾਂ ਵੀ ਮਾਇਆ ਦੇ ਵਿੱਚ ਹੀ ਆਉਂਦੀਆਂ ਸਾਰੀਆਂ। ਤੂੰ ਇਹ ਸਾਰਾ ਕੁਝ ਮਾਇਆ ਰੂਪ ਜਦੋਂ ਆਉਂਦਾ ਹੈ ਤੇ ਜੀਵ ਬੜਾ ਸੁਖੀ ਹੁੰਦਾ, ਖੁਸ਼ ਹੁੰਦਾ ਹੈ, ਪਰ ਜਦੋਂ ਇਹ ਜਾਂਦਾ ਹੈ ਫਿਰ ਬੜਾ ਦੁਖੀ ਹੁੰਦਾ ਹੈ। ਪਰ ਇੱਕ ਉਹ ਆਨੰਦ ਹੈ ਜਿਹੜਾ ਆ ਕੇ ਤੇ ਫਿਰ ਜਾਂਦਾ ਨਹੀਂ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹ ਆਨੰਦ ਆਇਆ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਆ ਕੇ। ਭਾਵੇਂ ਕਿ ਉਸ ਤੋਂ ਪਹਿਲਾਂ ਉਸਨੇ ਕੋਈ 60-65 ਸਾਲ ਦੀ ਉਮਰ ਤੱਕ ਗੰਗਾ ਦੀ ਯਾਤਰਾ ਕੀਤੀ। ਹਰ ਸਾਲ ਯਾਤਰਾ ਤੇ ਜਾਂਦੇ ਰਹੇ। 19-20 ਸਾਲ ਉਹਨਾਂ ਨੇ ਯਾਤਰਾ ਕੀਤੀ। ਉਸ ਚੀਜ਼ ਨੂੰ ਵੀ ਅਨੁਭਵ ਕੀਤਾ ਜ਼ਿੰਦਗੀ ਦੇ ਵਿੱਚ। ਤੇ ਜਦ ਗੁਰੂ ਅੰਗਦ ਦੇਵ ਜੀ ਕੋਲ ਆਏ ਤੇ ਉਹਨਾਂ ਨੇ ਕਿਰਪਾ ਕੀਤੀ ਤੇ ਉਹਨੂੰ ਦੋਨਾਂ ਨੂੰ ਮਿਲਾ ਕੇ ਦੇਖਿਆ। ਕਿਉਂਕਿ ਪਤਾ ਹੀ ਫਿਰ ਲੱਗਦਾ ਜਦੋਂ ਸੱਚ ਦੇ ਕੋਲ ਝੂਠ ਪਿਆ ਹੋਵੇ, ਝੂਠ ਕੋਲੇ ਸੱਚ ਪਿਆ ਹੋਵੇ, ਪਿੱਤਲ ਕੋਲੇ ਸੋਨਾ ਪਿਆ ਹੋਵੇ, ਪਤਾ ਫਿਰ ਲੱਗਦਾ ਮੁੱਲ ਦਾ। ਜਦ ਉਹਨਾਂ ਨੇ ਫੀਲ ਕੀਤਾ ਤੇ ਫਿਰ ਕਹਿ ਉੱਠੇ ਹੁਣ ਅਸਲੀ ਆਨੰਦ ਆਇਆ ਹੈ। ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਾਟੇ। ਕਿਲ ਵਿਖ ਹੁੰਦੇ ਹੈ ਮਾੜੀ ਸੋਚ, ਮਾੜੇ ਕਰਮ, ਮਾੜੇ ਖਿਆਲ। ਕਿਲ ਵਿਖ ਉਸੇ ਤਰ੍ਹਾਂ ਜਿਵੇਂ ਕੋਈ ਸਾਡੀਆਂ ਅੱਖਾਂ ਦੇ ਉੱਤੇ ਜਾਲਾ ਆ ਜਾਵੇ ਤੇ ਜਦੋਂ ਡਾਕਟਰ ਲੋਕ ਉਹ ਜਾਲਾ ਕੱਟ ਦਿੰਦੇ ਆ ਤੇ ਸਾਨੂੰ ਸਾਫ਼ ਦਿਸਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਹ ਮਨ ਦੀਆਂ ਅੱਖਾਂ ਤੋਂ ਜਾਲਾ ਲਾਉਂਦਾ ਹੈ। ਜਦੋਂ ਮਨ ਦੀਆਂ ਅੱਖਾਂ ਤੋਂ ਜਾਲਾ ਲੈ ਜਾਂਦਾ ਹੈ ਤੇ ਫਿਰ ਇਹ ਸੰਸਾਰ ਜਿਹੜਾ ਹੈ ਹਰੀ ਦਾ ਰੂਪ ਦਿਖਾਈ ਦੇਣ ਲੱਗ ਜਾਂਦਾ ਹੈ। ਇਹ ਸੰਸਾਰ ਤੋਂ ਦੇਖਦੇ ਇਹੋ ਹਰ ਕਾ ਰੂਪ ਹੈ। ਤਾਂ ਗੁਰੂ ਜਿਹੜਾ ਹੈ ਉਹ ਜਾਲਾ ਕੱਟਦਾ ਸਾਡੇ ਅੱਖਾਂ ਤੋਂ, ਮਨ ਦੀਆਂ ਅੱਖਾਂ ਤੋਂ ਅਗਿਆਨਤਾ ਦਾ ਹਨੇਰਾ ਦੂਰ ਕਰਦਾ। ਜਦੋਂ ਫਿਰ ਮਨੁੱਖ ਨੂੰ ਸਮਝ ਆਉਂਦੀ ਹੈ ਵੀ ਅਸਲੀ ਗੱਲ ਤਾਂ ਆਹ ਸੀ।
ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਜਿਨ੍ਹਾਂ ਦੇ ਅੰਦਰੋਂ ਸੰਸਾਰ ਦਾ ਮੋਹ ਮਮਤਾ ਖਤਮ ਹੋ ਗਈ, ਸੰਸਾਰ ਦਾ ਜਿਹੜਾ ਮੋਹ ਸੀ ਉਹ ਖਤਮ ਹੋ ਗਿਆ ਗੁਰੂ ਕਿਰਪਾ ਸਦਕਾ। ਗਿਆਨ ਦੇ ਨੇਤਰ ਖੁੱਲ ਗਏ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦੀ ਬੋਲਬਾਣੀ ਵੀ ਬਦਲ ਗਈ। ਜਾਂ ਬੋਲਿਆ ਤਾਂ ਕੱਢਿਆ ਵਿਚਾਰ। ਕਿਸੇ ਬੰਦੇ ਨੂੰ ਬੋਲਦਿਆਂ ਵੇਖ ਕੇ ਹੀ ਆਪਾਂ ਦੇਖ ਸਕਦੇ ਹਾਂ ਬਈ ਅੰਦਰੋਂ ਕਿਹੋ ਜਿਹਾ ਹੋਊਗਾ। ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਅਸਲੀ ਆਨੰਦ ਗੁਰੂ ਤੋਂ ਸਮਝ ਆਇਆ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਰਾਮ ਨਾਮ ਮਨ ਬੇਧਿਆ, ਅਵਰ ਕੇ ਕਰੀ ਵਿਚਾਰ। ਹੋਰ ਕਿਆ ਸੋਚਣਾ ਜਿਨ੍ਹਾਂ ਦਾ ਮਨ ਰਾਮ ਦੇ ਨਾਮ ਨਾਲ ਜੁੜ ਗਿਆ। ਸ਼ਬਦ ਸੁਰਤ ਸੁਖ ਉਪਜੈ, ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਡੁੱਬ ਗਈ। ਜਿਵੇਂ ਆ ਜਲ ਜੰਤੂ ਰਾਵੀ ਨਦੀ ਵਿੱਚ ਡੁੱਬ ਰਹੇ ਨੇ, ਸਤਿਗੁਰਾਂ ਨੇ ਰਾਵੀ ਦੇ ਕਿਨਾਰੇ ਬੈਠੇ ਸਿੱਖਾਂ ਨੂੰ, ਸੰਗਤਾਂ ਨੂੰ ਉਪਦੇਸ਼ ਦਿੱਤਾ। ਜਿਵੇਂ ਆ ਰਾਵੀ ਨਦੀ ਦੇ ਵਿੱਚ ਮੱਛੀਆਂ ਆਨੰਦ ਮਾਣਦੀਆਂ ਫਿਰਦੀਆਂ ਦੇਖੋ ਪਾਣੀ 'ਚ, ਇਸੇ ਤਰ੍ਹਾਂ ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਡੁੱਬ ਗਈ ਉਹ ਵੀ ਆਨੰਦ ਮਾਣੇਗੀ। ਕੋ ਸਤਿਨਾਮ ਸ੍ਰੀ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਜਿਹੜੇ ਪ੍ਰਭੂ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਨੂੰ ਸੁੱਖ ਦੀ ਸਮਝ ਆ ਗਈ ਵੀ ਅਸਲੀ ਸੁੱਖ ਕੀ ਆ। ਤੇ ਇਸ ਸੁੱਖ ਨੂੰ ਤਾਂ ਚਰਖੜੀਆਂ ਤੇ ਚੜ੍ਹ ਕੇ ਵੀ ਮਾਣ ਗਏ, ਇਸ ਸੁੱਖ ਨੂੰ ਆਰੇ ਥੱਲੇ ਚੀਰੇ ਗਏ ਉਹ ਵੀ ਮਾਣ ਗਏ, ਇਸ ਸੁੱਖ ਨੂੰ ਖੋਪੜੀ ਲੁਹਾ ਕੇ ਭਾਈ ਤਾਰੂ ਸਿੰਘ ਵੀ ਮਾਣ ਰਿਹਾ। ਹੁਣ ਆਪਾਂ ਤਾਂ ਕਹਿੰਦੇ ਬੜਾ ਦਰਦ ਹੁੰਦਾ ਹੋਵੇਗਾ, ਪਰ ਉਹਨਾਂ ਦੀ ਸੁਰਤ ਹੈ ਸਰੀਰ ਤੋਂ ਬਾਹਰ ਨਿਕਲ ਚੁੱਕੀ ਹੈ। ਉਹਨਾਂ ਨੂੰ ਸਰੀਰ ਦਾ ਦਰਦ ਹੀ ਫੀਲ ਨਹੀਂ ਹੋ ਰਿਹਾ, ਕਿਉਂਕਿ ਉਹ ਸ਼ਬਦ ਵਿੱਚ ਡੁੱਬ ਚੁੱਕੇ ਹਨ। ਇਸ ਕਰਕੇ ਉਹ ਸੁੱਖ ਜਿਹੜਾ ਹੈ ਸ਼ਬਦ ਤੇ ਸੁਰਤ ਦੇ ਮਿਲਾਪ ਦਾ, ਉਹ ਸਭ ਤੋਂ ਪਰੇ ਹੈ। ਫਿਰ ਉੱਥੇ ਆ ਕੇ ਹੀ ਸਿੱਖ ਕਹੂਗਾ, ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਹਰ ਨਾਮ ਆਧਾਰ। ਚੰਗਾ ਮਹਾਰਾਜ, ਜਿਵੇਂ ਤੇਰੀ ਮਰਜ਼ੀ ਆ ਉਵੇਂ ਰੱਖ ਲਾ, ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਮੈਨੂੰ ਤੇਰਾ ਹੀ ਆਸਰਾ ਹੈ, ਹੁਣ ਜਿਵੇਂ ਤੂੰ ਚਾਹੇ ਉਵੇਂ ਰੱਖ ਲੈ, ਮੈਨੂੰ ਉਹੀ ਠੀਕ ਆ। ਮੈਨੂੰ ਤੇਰੇ ਨਾਮ ਦਾ ਆਸਰਾ ਹੈ। ਇਸ ਕਰਕੇ ਆਪਣੇ ਮਨ ਨੂੰ ਸੰਬੋਧਨ ਕਰੀਏ, ਮਨ ਰੇ ਸਾਚੀ ਖਸਮ ਰਜਾਏ। ਮਨਾ ਉਸ ਮਾਲਕ ਦੀ ਖਸਮ ਦੀ ਰਜਾ ਵਿੱਚ ਰਾਜੀ ਰਹਿ, ਇਹੋ ਹੀ ਠੀਕ ਆ। ਜਿਸ ਤਰ੍ਹਾਂ ਕੋਈ ਸਰੀਰ ਸਾਡੇ ਵਿੱਚੋਂ ਚਲਿਆ ਜਾਂਦਾ, ਕੋਈ ਮਰ ਜਾਂਦਾ ਹੈ, ਛੋਟਾ ਜਾਂ ਵੱਡਾ ਕੋਈ ਵੀ ਹੋਵੇ, ਅਸੀਂ 10 ਦਿਨ ਬੜਾ ਰੋਨੇ ਆ ਔਰ ਰੋ ਰੋ ਕੇ ਬੁਰਾ ਹਾਲ ਕਰ ਲੈਂਦੇ ਆ, ਤੇ ਅਖੀਰ ਭੋਗ ਤੋਂ ਬਾਅਦ ਇਹੀ ਕਹਿਣਾ ਪੈਂਦਾ, ਭਾਈ ਉਹਦਾ ਭਾਣਾ ਸੀ, ਹੁਣ ਚੁੱਪ ਕਰੋ। ਭਾਣਾ ਮੰਨ ਕੇ ਹੀ ਸ਼ਾਂਤੀ ਆਉਂਦੀ ਹੈ, ਤੇ ਨਹੀਂ ਤਾਂ ਫਿਰ ਸੋਚੀ ਚੱਲੋ ਤੇ ਰੋਈ ਚੱਲੋ, ਸ਼ਾਂਤੀ ਨਹੀਂ ਆ ਸਕਦੀ। ਕੋ ਸਤਨਾਮ ਸ੍ਰੀ। ਅਖੀਰ ਉਸ ਦੀ ਰਜਾ ਨੂੰ ਮੰਨ ਕੇ, ਉਹਦੇ ਹੁਕਮ ਨੂੰ ਮੰਨ ਕੇ, ਉਹਦੇ ਭਾਣੇ ਨੂੰ ਮੰਨ ਕੇ ਹੀ ਅਸੀਂ ਕਹਿੰਦੇ ਆ ਚਲੋ ਹੁਣ ਛੱਡੋ ਛੱਤਰ ਨੂੰ ਪਰੇ, ਇਹ ਉਹਦਾ ਭਾਣਾ ਸੀ, ਉਹ ਵਰਤ ਗਿਆ। ਇਸ ਕਰਕੇ ਭਾਣਾ ਮੰਨੈ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਂਦਾ। ਬੱਚਾ ਮਾਤਾ ਪਿਤਾ ਦੇ ਹੁਕਮ ਅੰਦਰ ਚੱਲੇ ਤਾਂ ਸੁਖੀ ਵਸਦਾ, ਇਸਤਰੀ ਆਪਣੇ ਪਤੀ ਦੇ ਹੁਕਮ ਅੰਦਰ ਚੱਲਦੀ ਹੈ ਤਾਂ ਸੁਖੀ ਵਸਦੀ ਆ। ਇਸੇ ਤਰ੍ਹਾਂ ਹੀ ਇਹ ਜੀਵ ਆਤਮਾ, ਇਹ ਮਨੁੱਖ, ਇਹ ਮਨ ਸਾਡਾ ਉਦੋਂ ਸੁਖੀ ਹੁੰਦਾ ਹੈ ਜਦੋਂ ਇਹ ਮਾਲਕ ਦੇ ਭਾਣੇ ਨੂੰ ਮੰਨਦਾ ਹੈ, ਭਾਣੇ ਅੰਦਰ ਚੱਲਦਾ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਰਾਮ ਨਾਮ ਮਨ ਬੇਧਿਆ, ਅਵਰ ਕੇ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋਂ ਸੁਖ ਸਾਰ। ਜਿਉਂ ਭਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ। ਮਨ ਰੇ ਸਾਚੀ ਖਸਮ ਰਜਾਏ, ਮਨਾ ਆ ਖਸਮ ਦੀ ਭਾਵ ਮਾਲਕ ਦੀ ਰਜਾ ਵਿੱਚ ਹੀ ਚੱਲੀਏ। ਜਿਉਂ ਭਾਵੈ ਜਿਉਂ ਤਨ ਮਨ ਜਿਣ, ਤਨ ਮਨ ਸਾਜ ਸ਼ਿੰਗਾਰਿਆ, ਤੇ ਸੇਤੀ ਲਿਵ ਲਾਈ।
ਤੇ ਉਹਦੀ ਰਜਾ ਵਿੱਚ ਚੱਲਣ ਦਾ ਇੱਕ ਹੋਰ ਵੀ ਕਾਰਨ ਹੈ ਕਿ ਜਿਹਨੇ ਤੈਨੂੰ ਸੁੰਦਰ ਸਰੀਰ ਦਿੱਤਾ, 17 ਤੱਤਾਂ ਦਾ, 5 ਤੱਤ 25 ਪ੍ਰਕਿਰਤੀਆਂ ਦਾ। ਸਾਡੇ ਕੋਲ 3 ਸਰੀਰ ਹਨ। ਇੱਕ ਕਾਰਨ ਸਰੀਰ, ਜਿਸ ਕਾਰਨ ਸਰੀਰ ਤੋਂ ਸੂਖਮ ਸਰੀਰ ਬਣਿਆ। 5 ਤੱਤ ਉਹ ਸੂਖਮ ਸਰੀਰ ਤੋਂ ਪੈਦਾ ਹੋਏ ਤੇ ਅੱਗੇ 5 ਤੱਤਾਂ ਦੀਆਂ 25 ਪ੍ਰਕਿਰਤੀਆਂ ਵਰਤੀਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸਿੱਖਾਂ, ਤੂੰ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਜੁੜਨਾ ਕਰ, ਜਿਸ ਨੇ ਤਨ ਨੂੰ ਸਾਜ ਕੇ ਤੇ ਫਿਰ ਇਹਦੇ ਉੱਪਰ ਇੰਦਰੀਆਂ ਦੇ ਗਹਿਣੇ ਪਾਏ। ਕੋਈ ਇਸਤਰੀ ਸ਼ਿੰਗਾਰ ਕਰਦੀ ਹੈ, ਸਰੀਰ ਦੇ ਉੱਪਰ ਗਹਿਣੇ ਪਹਿਨ ਕੇ, ਸੁੰਦਰ ਵਸਤਰ ਪਹਿਨ ਕੇ, ਤੇ ਪਰਮੇਸ਼ਰ ਨੇ ਜੀਵ ਆਤਮਾ ਨੂੰ ਸੁੰਦਰ ਸਰੀਰ ਦਿੱਤਾ। ਉੱਤੇ ਇਸ ਦੇ ਅੱਖ, ਕੰਨ, ਨੱਕ, ਮੂੰਹ, ਹੱਥ, ਪੈਰ ਆਦਿ ਲਾਉਣੇ ਕੀਤੇ, ਜਗ੍ਹਾ ਜਗ੍ਹਾ ਤੇ ਇਹਨੂੰ ਸੋਹਣੀ ਬਣਾਉਣਾ ਕੀਤਾ, ਤੇ ਫਿਰ ਉਹਦਾ ਸ਼ੁਕਰੀਆ ਤਾਂ ਅਦਾ ਕਰਨਾ ਚਾਹੀਦਾ। ਕਹਿਣਾ ਚਾਹੀਦਾ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਤੇਰੀ ਕਿਰਪਾ ਨਾਲ ਮੈਂ ਟੇਢੀਆਂ ਜੂਨਾਂ ਚੋਂ ਨਿਕਲ ਕੇ ਮਨੁੱਖ ਬਣਿਆ। ਦੇਹੋਂ ਦਰਸ ਹਰ ਆਇਆ, ਉਹਨੂੰ ਬੇਨਤੀ ਕਰਨੀ ਚਾਹੀਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖਾਂ, ਜਿਉਂ ਭਾਵੈ ਤਿਉ ਰੱਖ ਤੂੰ, ਉਸ ਨੂੰ ਬੇਨਤੀ ਕਰਕੇ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਰੱਖ ਲਾ, ਮੈਂ ਤੇਰੀ ਰਜਾ ਵਿੱਚ ਰਾਜੀ ਹਾਂ। ਜਿਨ ਤਨ ਮਨ ਸਾਜ ਸ਼ਿੰਗਾਰਿਆ ਤੇ ਸੇਤੀ ਲਿਵ ਲਾਏ, ਬਸ ਉਹਦੇ ਨਾਲ ਡਾਇਰੈਕਟ ਪ੍ਰੇਮ ਪਾਲਾ, ਇਹੋ ਹੀ ਠੀਕ ਆ। ਤੇ ਸੇਤੀ ਉਸ ਦੇ ਨਾਲ ਲਿਵ ਲਾਏ, ਪ੍ਰੇਮ ਪਾਉਣਾ ਕਰ, ਸੁਰਤ ਨੂੰ ਉਹਦੇ ਬਚਨਾਂ ਨਾਲ ਜੋੜਨਾ ਕਰ। ਰਹਾਉ, ਇਹ ਤਾਂ ਹੈ ਇਹ ਸ਼ਬਦ ਦਾ ਮੇਨ ਭਾਵ। ਜਿੱਥੇ ਰਹਾਉ ਪੰਕਤੀ ਆ ਜਾਂਦੀ ਆ, ਇਹਦਾ ਮੇਨ ਭਾਵ ਹੁੰਦਾ ਬਾਣੀ ਦਾ, ਬਸ ਇਹੋ ਹੀ ਠੀਕ ਹੈ। ਹੁਣ ਦੁਨੀਆ ਕੀ ਕਰਦੀ ਆ, ਉਹਨਾਂ ਬਾਰੇ ਵੀ ਸਤਿਗੁਰਾਂ ਨੇ ਥੋੜਾ ਬਿਆਨ ਕੀਤਾ। ਕਹਿੰਦੇ ਜੇ ਕੋਈ ਏਦਾਂ ਕਰ ਲਵੇ ਤਾਂ ਉਹ ਕਦੇ ਵੀ ਮਾਲਕ ਦੀ ਖਸਮ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਜਿਵੇਂ ਤਨ ਬੈ ਸੰਤਰ ਹੋਮੀਐ, ਇਕ ਰੱਤੀ ਤੋਲ ਕਟਾਏ। ਕਹਿਣ ਲੱਗੇ ਜੇ ਕੋਈ ਮਾਲਕ ਨੂੰ ਖੁਸ਼ ਕਰਨ ਵਾਸਤੇ ਜਿਵੇਂ ਹਵਨ ਕਰਦੇ ਆ, ਘਿਓ ਆਦਿ ਪਾ ਕੇ, ਸਮੱਗਰੀ ਪਾ ਕੇ, ਪੰਡਤ ਲੋਕ, ਹਿੰਦੂ ਲੋਕ, ਉਸੇ ਤਰ੍ਹਾਂ ਹੀ ਕਹਿੰਦੇ ਜੇ ਕੋਈ ਉਹ ਸਮੱਗਰੀ ਦਾ ਹੋਮ ਤਾਂ ਛੱਡੋ, ਆਪਣੇ ਸਰੀਰ ਨੂੰ ਹੋਮ ਕਰ ਦੇਵੇ। ਇੱਕ ਰੱਤੀ ਤੋਲ, ਰੱਤੀ ਰੱਤੀ ਦੇ ਟੋਟੇ ਕਰਕੇ, ਕਿੰਨਾ ਬਰੀਕ ਹੋ ਗਿਆ, ਮਿਲੀਗ੍ਰਾਮ, ਜਿਵੇਂ ਗ੍ਰਾਮ ਦੇ ਵਿੱਚੋਂ 100ਵਾਂ ਹਿੱਸਾ ਮਿਲੀਗ੍ਰਾਮ। ਇਸੇ ਤਰ੍ਹਾਂ ਇੰਨਾ ਬਰੀਕ ਕਰਕੇ ਜੇ ਕੋਈ ਸਰੀਰ ਦੇ ਟੋਟੇ ਟੋਟੇ ਕਰਵਾ ਦੇਵੇ, ਔਰ ਟੋਟੇ ਟੋਟੇ ਕਰਵਾ ਕਰਕੇ ਜੇ ਕੋਈ ਉਸ ਨੂੰ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਆਪਣੇ ਆਪ ਨੂੰ ਅੱਗ ਵਿੱਚ ਹੋਮ ਕਰ ਦੇਵੇ, ਤਾਂ ਵੀ ਉਹ ਖੁਸ਼ ਨਹੀਂ ਹੁੰਦਾ। ਕੋ ਸਤਨਾਮ ਸੀ, ਕਿਉਂਕਿ ਸਰੀਰ ਤਾਂ ਉਸਨੇ ਦਿੱਤਾ ਨਾਮ ਜਪਣ ਵਾਸਤੇ, ਸਿਫਤ ਕਰਨ ਵਾਸਤੇ, ਇਹਨੂੰ ਮਾਰਨ ਵਾਸਤੇ ਥੋੜ੍ਹਾ ਦਿੱਤਾ। ਮਸਾਂ ਤਾਂ ਇਹ ਸੁੰਦਰ ਸਰੀਰ ਮਿਲੇ ਆ। ਕਈ ਲੋਕ ਜਿਹੜੇ ਆਤਮ ਹੱਤਿਆ ਆਦਿ ਕਰਦੇ ਆ, ਉਹਨਾਂ ਨੂੰ ਵੀ ਪਾਤਸ਼ਾਹ ਨੇ ਚੰਗਾ ਨਹੀਂ ਕਿਹਾ। ਸਮੇਂ ਦੇ ਨਾਲ ਮੌਤ ਹੋਣੀ ਉਹ ਹੋਰ ਗੱਲ ਹੈ, ਪਰ ਧੱਕੇ ਦੇ ਨਾਲ ਇਹ ਸਰੀਰ ਨੂੰ ਖਤਮ ਕਰਨਾ ਇਹ ਗਲਤ ਗੱਲ ਹੈ। ਪਾਤਸ਼ਾਹ ਕਹਿੰਦੇ ਜੇ ਕੋਈ ਆਪਣੇ ਸਰੀਰ ਨੂੰ ਰੱਤੀ ਰੱਤੀ ਟੋਟਾ ਟੋਟਾ ਕਰਵਾ ਕੇ ਜਿਹੜਾ ਹੈ ਇਸ ਨੂੰ ਅੱਗ ਵਿੱਚ ਭੇਟ ਕਰ ਦੇਵੇ, ਅੱਗ ਦੇ ਵਿੱਚ ਮਚਾ ਦੇਵੇ, ਤਾਂ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ। ਜੇ ਕੋਈ ਇਹ ਕਹੇ ਕਿ ਮੈਂ ਇਸ ਤਰ੍ਹਾਂ ਪਰਮੇਸ਼ਰ ਨੂੰ ਪਾ ਲਵਾਂਗਾ, ਜਿਵੇਂ ਲੋਕ ਧੂਣੀਆਂ ਤਾਪਦੇ ਆ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖਾਂ ਧੂਣੀਆਂ ਤਾਪ ਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਬਦ ਤਨ ਬੈ ਸੰਤਰ ਹੋਮੀਐ ਇੱਕ ਰੱਤੀ ਤੋਲ ਕਟਾਏ। ਜੇ ਕੋਈ ਨਿੱਕਾ ਨਿੱਕਾ ਟੋਟਾ ਕਰਕੇ ਇਹ ਸਰੀਰ ਦਾ ਅੱਗ ਦੀ ਭੇਟ ਕਰ ਦੇਵੇ, ਤਨ ਮਨ ਸਮਝਦਾ ਜੇ ਕਰੀ ਅਣ ਦਿਨ ਅਗਨ ਜਲਾਏ। ਜਿਵੇਂ ਲੱਕੜ ਅੱਗ ਵਿੱਚ ਮੱਚਦੀ ਆ, ਤੇ ਜੇ ਕੋਈ ਆਪਣੇ ਆਪ ਨੂੰ ਅੱਗ ਵਿੱਚ ਰੱਖ ਕੇ ਬੈਠ ਜਾਵੇ, ਜਿਵੇਂ ਸਾਧੂ ਲੋਕ 5-6 ਧੂਣੀਆਂ ਲਾ ਕੇ ਅੱਗ ਦੀਆਂ ਉਹਦੇ ਵਿਚਾਲੇ ਬਹਿ ਜਾਂਦੇ ਆ, ਉਹਦੇ ਸੇਕ ਨੂੰ ਆਪਣੇ ਸਰੀਰ ਤੇ ਝੱਲਦੇ ਆ। ਕੋਈ ਜਲ ਧਾਰਾ ਕਰਦਾ ਹੋਇਆ ਪਾਣੀ ਦੇ ਵਿੱਚ ਬੈਠ ਜਾਂਦਾ ਠੰਡੇ 'ਚ, ਪੋਹ ਮਾਘ ਦੇ ਮਹੀਨੇ 'ਚ। ਇੱਦਾਂ ਵੀ ਰੱਬ ਖੁਸ਼ ਨਹੀਂ ਹੁੰਦਾ। ਜੇ ਕੋਈ ਇਹ ਕੰਮ ਕਰ ਲਵੇ, ਤਨ ਮਨ ਸਮਝਦਾ ਜੇ ਕਰੀ ਅਣ ਦਿਨ ਅਗਨ ਜਲਾਏ। ਜੇ ਕੋਈ ਤਨ ਮਨ ਨੂੰ, ਸਰੀਰ ਨੂੰ ਲੱਕੜਾਂ ਦੀ ਨਿਆਈ ਅੱਗ ਵਿੱਚ ਰੱਖ ਕੇ ਬੈਠ ਜਾਵੇ, ਭਾਵ ਧੂਣੀਆਂ ਤਾਪ ਲਵੇ, ਹਰ ਨਾਮੈ ਤੁਲ ਨ ਪੁਜਾਈ। ਇਹ ਜਿਹੜਾ ਹੈ ਸਿਸਟਮ ਹਰੀ ਦੇ ਨਾਮ ਦੇ ਬਰਾਬਰ ਨਹੀਂ ਪਹੁੰਚਦਾ। ਇੱਕ ਤਾਂ ਡਾਇਰੈਕਟ ਪ੍ਰੇਮ ਕਰਨਾ ਮਾਲਕ ਦੇ ਨਾਲ, ਇੱਕ ਉਹਨੂੰ ਖੁਸ਼ ਕਰਨ ਵਾਸਤੇ ਕਰਮਕਾਂਡ ਕਰਨੇ, ਸ਼ਿੰਗਾਰ ਆਦਿ ਕਰਨੇ, ਪਰ ਗੱਲ ਉਹਦੀ ਮੰਨਣੀ ਨਾ। ਤੇ ਜਿਹੜਾ ਉਹਦੀ ਗੱਲ ਨਹੀਂ ਮੰਨਦਾਗਾ, ਉਹ ਜਿੰਨਾ ਮਰਜ਼ੀ ਕਰਮਕਾਂਡ ਕਰੀ ਜਾਵੇ, ਪਖੰਡ ਕਰੀ ਜਾਵੇ, ਉਹ ਤੇ ਕਦੇ ਵੀ ਖੁਸ਼ ਨਹੀਂ ਹੁੰਦਾ, ਜਿੰਨਾ ਮਰਜ਼ੀ ਜ਼ੋਰ ਲਾ ਲੇ। ਇਸ ਕਰਕੇ ਜਿਵੇਂ ਕੋਈ ਇਸਤਰੀ ਸ਼ਿੰਗਾਰ ਤਾਂ ਕਰੇ ਪਰ ਆਪਣੇ ਪਤੀ ਦੀ ਗੱਲ ਨਾ ਮੰਨੇ। ਹੁਣ ਤੁਸੀਂ ਸੋਚੋ, ਸਾਰੇ ਸਿਆਣੇ ਹੋ, ਮੈਂ ਕੀ ਉਸ ਦਾ ਪਤੀ, ਉਸ ਦਾ ਮਾਲਕ ਉਹ ਤੇ ਖੁਸ਼ ਹੋਵੇਗਾ? ਇਸੇ ਤਰ੍ਹਾਂ ਅਸੀਂ ਧਰਮ ਦੇ ਚਿੰਨ੍ਹ ਤਾਂ ਪਹਿਨ ਲਈਏ, ਧਰਮ ਦੇ ਸ਼ਿੰਗਾਰ ਤਾਂ ਕਰ ਲਈਏ, ਪਰ ਜੋ ਧਰਮ ਕਹਿੰਦਾ ਜਾਂ ਜੋ ਗੁਰੂ ਕਹਿੰਦਾ ਜਾਂ ਜੋ ਗੁਰਬਾਣੀ ਕਹਿੰਦੀ ਉਹ ਜੀਵਨ ਵਿੱਚ ਢਾਲੀਏ ਨਾ, ਮੰਨੀਏ ਨਾ, ਫਿਰ ਅਸੀਂ ਕਿਵੇਂ ਪ੍ਰਵਾਨ ਹੋ ਸਕਦੇ ਹਾਂ? ਆਖੋ ਸਤਿਨਾਮ ਸ੍ਰੀ। ਨਹੀਂ ਪ੍ਰਵਾਨ ਹੋ ਸਕਦੇ ਦਾ ਮਤਲਬ। ਇਸ ਕਰਕੇ ਗੱਲ ਮੰਨਣ ਦੀ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਮੰਨਣ ਵਾਲਾ ਕਿੱਥੋਂ ਤੱਕ ਪਹੁੰਚ ਸਕਦਾ ਹੈ, ਕੁਛ ਕਹਿ ਨਹੀਂ ਸਕਦੇ ਅਸੀਂ। ਗੁਰੂ ਅੰਗਦ ਦੇਵ ਜੀ ਨੇ ਹਰ ਗੱਲ ਮੰਨੀ ਤੇ ਗੁਰੂ ਨਾਨਕ ਦਾ ਰੂਪ ਹੋ ਗਏ। ਕੋ ਸਤਿਨਾਮ ਸ੍ਰੀ। ਭਾਵੇਂ ਕਿ ਬਹੁਤ ਸਾਰੇ ਸਿੱਖ ਹੈ ਗੁਰੂ ਨਾਨਕ ਦੇਵ ਜੀ ਦੇ ਕੋਲ ਕਰਤਾਰਪੁਰ ਸਾਹਿਬ ਵਿਖੇ, ਪਰ ਸਭ ਤੋਂ ਜੇ ਹਰ ਗੱਲ ਨੂੰ ਤਰਜੀਹ ਦਿੱਤੀ ਹੈ ਤੇ ਉਹ ਲਹਿਣਾ ਜੀ ਨੇ, ਭਾਵ ਗੁਰੂ ਅੰਗਦ ਦੇਵ ਜੀ ਨੇ। ਚਾਹੇ ਧੰਨ ਗੁਰੂ ਨਾਨਕ ਦੇਵ ਜੀ ਨੇ ਅੱਧੀ ਰਾਤ ਨੂੰ ਕਹਿ ਦਿੱਤਾ ਦਿਨ ਚੜ੍ਹ ਗਿਆ, ਕਰਤਾਰਪੁਰ ਪੈਣ ਧਰਮਸ਼ਾਲਾ ਵਿੱਚ ਅੱਧੀ ਰਾਤ ਦਾ ਸਮਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਐ ਲੱਗਦਾ ਜਿਵੇਂ ਦਿਨ ਚੜ੍ਹ ਗਿਆ ਹੁੰਦਾ। ਉਦੋਂ ਘੜੀਆਂ ਨਹੀਂ ਸੀ ਹੁੰਦੀਆਂ, ਉਦੋਂ ਆ ਤਾਰੇ ਖਿੱਤੀਆਂ ਦੇ ਹਿਸਾਬ ਨਾਲ ਹੀ ਸਮੇਂ ਦਾ ਪਤਾ ਲੱਗਦਾ ਸੀ। ਦਿਨੇ ਸੂਰਜ ਦੇ ਹਿਸਾਬ ਨਾਲ, ਰਾਤ ਨੂੰ ਖਿੱਤੀਆਂ ਦੇ ਹਿਸਾਬ ਨਾਲ। ਇਹਨੇ ਬੁੱਢਿਆ ਦੇਖ ਤਾਂ ਬਾਹਰ ਜਾ ਕੇ ਦਿਨ ਚੜ੍ਹ ਗਿਆ। ਵੇਖ ਕੇ ਆ ਕੇ ਕਹਿੰਦੇ ਮਹਾਰਾਜ ਹਜੇ ਅੱਧੀ ਰਾਤ ਆ। ਸ੍ਰੀ ਚੰਦ ਤੂੰ ਵੇਖ ਕੇ ਆ ਤਾਂ ਉਹ ਵੀ ਆ ਕੇ ਕਹਿੰਦੇ ਹਜੇ ਬਾਪੂ ਅੱਧੀ ਰਾਤ ਆ, ਪੈ ਜਾਓ, ਸੌਂ ਜਾਓ। ਬਾਬਾ ਨਾਨਕ ਜੀ ਕਹਿੰਦੇ ਨਹੀਂ, ਮੈਨੂੰ ਲੱਗਦਾ ਦਿਨ ਚੜ੍ਹ ਗਿਆ ਹੁੰਦਾ ਜਿਵੇਂ। ਤਾਂ 2-3 ਜਣਿਆਂ ਨੂੰ ਭੇਜਣ ਤੋਂ ਬਾਅਦ ਲਹਿਣਾ ਜੀ ਨੂੰ ਕਹਿੰਦੇ ਲਹਿਣਿਆ ਵੇਖ ਤਾਂ ਪੁੱਤ ਦਿਨ ਚੜ੍ਹਿਆ ਕਿ ਨਹੀਂ। ਹੁਣ ਲਹਿਣਾ ਜੀ ਬਾਹਰ ਗਏ ਵੀ 3 ਬੰਦਿਆਂ ਨੇ ਆ ਕੇ ਦੱਸਤਾ ਵੀ ਦਿਨ ਅਜੇ ਅੱਧੀ ਰਾਤ ਆ, ਹੈ ਵੀ ਅੱਧੀ ਰਾਤ। ਉੱਪਰ ਖਿੱਤੀ ਵਿਚਾਲੇ ਆ, ਸੈਂਟਰ 'ਚ, ਜਿਵੇਂ ਸੂਰਜ ਸਿਖਰ ਦੁਪਹਿਰੇ ਦਾ ਸਿਰ ਤੇ ਹੁੰਦਾ। ਹੁਣ ਫਿਰ ਉੱਥੇ ਖੜ ਕੇ ਸੋਚਦੇ ਆ ਵੀ ਗੁਰੂ ਸਾਹਿਬ ਦੀ ਇਹ ਕੀ ਰਮਜ ਹੈ। ਚਲ ਆਪਾਂ ਨੂੰ ਨਹੀਂ ਸਮਝ ਆਉਂਦੀ, ਆਪਾਂ ਕਹਿ ਦਿਓ ਜੀ ਠੀਕ ਆ।
ਵਾਪਸ ਅੰਦਰ ਆਏ, ਕਹਿੰਦੇ ਕਿਉਂ ਭਾਈ? ਕਹਿੰਦੇ ਜੀ ਚੜ੍ਹ ਗਿਆ। ਚੜ੍ਹ ਗਿਆ? ਹਾਂ ਮਹਾਰਾਜ। ਕਿੰਨਾ ਕੁ ਚੜ੍ਹ ਗਿਆ? ਜਿੰਨਾ ਤੁਸੀਂ ਚੜਾਤਾ ਉਹਨਾਂ ਚੜ੍ਹ ਗਿਆ, ਬਾਕੀ ਰਹਿੰਦਾ। ਕਹਿੰਦੇ ਚੰਗਾ ਏਦਾਂ ਕਰ, ਫਿਰ ਮੇਰੀਆਂ ਚਾਦਰਾਂ ਧੋ ਕੇ ਲਿਆ ਰਾਵੀ ਤੋਂ। ਵੇਖੀਏ ਨਾ ਪ੍ਰੈਕਟੀਕਲ ਦੇ ਵਿੱਚ ਵੀ ਮੰਨਦਾ ਕਿ ਨਹੀਂ ਮੰਨਦਾ। ਦਿਨ ਚੜ੍ਹਿਆ ਤੇ ਚੱਕੀਆਂ ਚਾਦਰਾਂ ਤੇ ਧੋਣ ਚਲੇ ਗਏ। ਔਰ ਜਾਂਦਿਆਂ ਨੂੰ ਕਹਿੰਦੇ ਸੁਕਾ ਕੇ ਲਿਆਈ। ਤੇ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਦੋਂ ਲਹਿਣਾ ਜੀ ਨੇ ਧੋ ਕੇ ਚਾਦਰਾਂ ਸੁੱਕਣੀਆਂ ਪਾਈਆਂ ਤੇ ਉਸੇ ਵੇਲੇ ਉਹਨਾਂ ਚਾਦਰਾਂ ਨੂੰ ਸੁਕਾਉਣ ਲਈ ਸੂਰਜ ਨੂੰ ਵੀ ਆਉਣਾ ਪਿਆ। ਭਾਵ ਜੇ ਅਸੀਂ ਗੁਰੂ ਦੀ ਗੱਲ ਮੰਨਦੇ ਹਾਂ ਤੇ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਸਾਡੇ ਵੱਸ ਹੋ ਸਕਦੀਆਂ। ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨੀ ਹੈ ਉਹਨਾਂ ਦੀ ਗਤੀ ਕਿੱਥੋਂ ਤੱਕ ਪਹੁੰਚ ਸਕਦੀ ਹੈ, ਭਾਵ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਹੋ ਸਕਦੀ ਹੈ, ਕੋਈ ਦੱਸ ਨਹੀਂ ਸਕਦਾ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਰਾਮ ਹਰ ਨਾਮੈ ਤੁਲਨਾ ਪੁੱਜੀ, ਲੱਖ ਕੋਟੀ ਕਰਮ ਕਮਾਏ ਕਰੋੜਾ ਕਰਮ ਵੀ ਹਰੀ ਦੇ ਨਾਮ ਦੇ ਬਰਾਬਰ ਨਹੀਂ ਪਹੁੰਚਦੇ, ਹਰੀ ਦੇ ਪ੍ਰੇਮ ਦੇ ਬਰਾਬਰ ਨਹੀਂ ਪਹੁੰਚਦੇ। ਹੋਰ ਸੁਣ ਲਓ। ਅਰਧ ਸਰੀਰ ਕਟਾਈਐ, ਸਿਰ ਕਰਵਤ ਧਰਹਾਏ। ਦੱਸਦੇ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਗੰਗਾ ਨਦੀ ਹੈ ਹਰਿਦੁਆਰ, ਇਹਨੂੰ ਸ਼ਿਵ ਧਾਮ ਵੀ ਕਹਿੰਦੇ ਆ, ਕਾਂਸ਼ੀ ਨੂੰ, ਵੀ ਇਹ ਸ਼ਿਵ ਦੀ ਧਰਤੀ ਹੈ। ਤੇ ਉਸ ਵੇਲੇ ਬ੍ਰਾਹਮਣਾਂ ਨੇ ਇੱਕ ਐਸਾ ਪਖੰਡ ਬਣਾਇਆ ਬਈ ਜੇ ਕੋਈ ਇੱਥੇ ਲਿਆ ਕੇ ਆਪਣਾ ਸਭ ਕੁਝ ਦਾਨ ਕਰ ਦੇਵੇ ਤੇ ਆਰੇ ਨਾਲ ਆਪਣੇ ਆਪ ਨੂੰ ਚਰਾ ਕੇ ਗੰਗਾ ਦੀ ਭੇਟ ਹੋ ਜਾਵੇ ਤੇ ਉਸ ਨੂੰ ਸਵਰਗ ਮਿਲ ਜਾਣਗੇ, ਪਰਮੇਸ਼ਰ ਮਿਲ ਜੂਗਾ। ਵਿਚਾਰੇ ਬਹੁਤ ਸਾਰੇ ਭੋਲੇ ਭਾਲੇ ਲੋਕ ਉਹਨਾਂ ਦੀਆਂ ਇਸ ਭਰਮ ਜਾਲ ਵਿੱਚ ਫਸੇ ਹੋਏ ਉੱਥੇ ਜਾਂਦੇ, ਆਪਣੀ ਸੰਪਤੀ ਬਾਹਮਣਾਂ ਨੂੰ ਦਾਨ ਕਰ ਦਿੰਦੇ ਤੇ ਉਹ ਆਰੇ ਥੱਲੇ ਖੜ ਜਾਂਦੇ ਤੇ ਆਰਾ ਉਹਨਾਂ ਨੂੰ ਦੋ ਫੜ ਕਰ ਦਿੰਦਾ ਤੇ ਗੰਗਾ 'ਚ ਵਗਾ ਦਿੰਦੇ। ਔਰ ਉਹਨਾਂ ਦੇ ਨਾਮ ਬਹੀਆਂ 'ਚ ਲਿਖੀ ਜਾਂਦੇ ਵੀ ਇੰਨੇ ਲੋਕਾਂ ਨੇ ਸ਼ਿਵ ਧਾਮ ਤੇ ਆ ਕੇ, ਕਾਸ਼ੀ 'ਚ ਆ ਕੇ, ਹਰਿਦੁਆਰ ਆ ਕੇ ਆਪਣੇ ਆਪ ਨੂੰ ਆਰੇ ਨਾਲ ਕਟਾ ਕੇ ਮੁਕਤੀ ਪ੍ਰਾਪਤ ਕੀਤੀ। ਸਮਾਂ ਬਤੀਤ ਹੁੰਦਾ ਗਿਆ ਜਦੋਂ ਅੰਗਰੇਜ਼ ਆਏ ਸਾਡੇ ਇਲਾਕੇ 'ਚ, ਤਾਂ ਅੰਗਰੇਜ਼ਾਂ ਨੇ ਆ ਕੇ ਇੱਥੋਂ ਦੇ ਧਰਮਾਂ ਦੀ ਜਾਣਕਾਰੀ ਲੈਣੀ ਸ਼ੁਰੂ ਕੀਤੀ। ਕਹਿੰਦੇ ਅੰਗਰੇਜ਼ਾਂ ਦਾ ਇੱਕ ਅਫਸਰ ਘੁੰਮਦਾ ਘੁਮਾਉਂਦਾ ਉਹ ਕਾਸ਼ੀ ਚਲਿਆ ਗਿਆ, ਗੰਗਾ ਦੇ ਕਿਨਾਰੇ ਜਿੱਥੇ ਆਰਾ ਲੱਗਿਆ ਸੀਗਾ। ਉਹ ਪੁੱਛਦੇ ਵੀ ਆਰਾ ਕਾਹਦੇ ਵਾਸਤੇ ਲਾਇਆ? ਜਿਹੜੀ ਉੱਥੋਂ ਦੇ ਮੁਖੀ ਬ੍ਰਾਹਮਣ ਸੀ ਉਹ ਕਹਿਣ ਲੱਗੇ ਜੀ ਇਹ ਆਰਾ ਜੀਵਾਂ ਦੀ ਮੁਕਤੀ ਵਾਸਤੇ ਲਾਇਆ। ਕਹਿੰਦੇ ਉਹ ਕਿਵੇਂ? ਕਹਿੰਦੇ ਜੇ ਕੋਈ ਆਪਣਾ ਸਭ ਕੁਝ ਇੱਥੇ ਦਾਨ ਕਰਕੇ ਭੇਟ ਕਰਕੇ ਇਸ ਆਰੇ ਨਾਲ ਆਪਣੇ ਆਪ ਨੂੰ ਚਰਵਾ ਕੇ ਸਰੀਰ ਨੂੰ ਗੰਗਾ ਦੀ ਭੇਟ ਕਰ ਦੇਵੇ ਤੇ ਮੁਕਤੀ ਹੋ ਜਾਂਦੀ ਹੈ। ਹੁਣ ਅੰਗਰੇਜ਼ ਲੋਕ ਜਿਹੜੇ ਹਨ ਉਹ ਤਰਕ ਵਿਤਰਕ ਪੂਰਾ ਕਰਦੇ ਆ ਤੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਗਲਤ ਕੰਮ ਹੈ, ਇਹ ਕਿੱਦਾਂ ਦੀ ਮੁਕਤੀ ਆ? ਇਹ ਤਾਂ ਸ਼ੋਸ਼ਣ ਹੈ ਜਨਤਾ ਦਾ, ਜਿਹੜਾ ਇਹਨਾਂ ਪੰਡਤਾਂ ਨੇ, ਇਹਨਾਂ ਹਿੰਦੂ ਲੋਕਾਂ ਨੇ ਕਰਮਕਾਂਡ ਬਣਾਇਆ ਹੋਇਆ, ਪਖੰਡ ਬਣਾਇਆ ਹੋਇਆ। ਤੇ ਅੰਗਰੇਜ਼ ਅਫਸਰ ਕਹਿਣ ਲੱਗਿਆ ਵੀ ਕਿੰਨੇ ਕੁ ਲੋਕਾਂ ਦੀ ਮੁਕਤੀ ਹੋ ਗਈ? ਕਹਿੰਦੇ ਜੀ ਕਿਤਾਬਾਂ ਭਰੀਆਂ ਪਈਆਂ, ਲਿਖ ਲਿਖ ਕੇ ਦੇਖ ਲਓ। ਕਹਿੰਦੇ ਦਿਖਾਓ। ਇਹ ਲੋਕ ਹਰਿਦੁਆਰ ਫੁੱਲ ਪਾਉਣ ਜਾਂਦੇ ਆ ਨਾ, ਉਹਨਾਂ ਨੇ ਵੇਖੀਆਂ ਹੋਣੀਆਂ ਉਹਨਾਂ ਦੀਆਂ ਬਈਆਂ ਗੋਲ ਕਰਕੇ ਰੱਖੀਆਂ, ਉਹ 2-2 ਮੀਟਰ ਲੰਮੀਆਂ ਕਿਤਾਬਾਂ ਖੋਲ ਕੇ ਵਿਖਾਉਣ ਲੱਗੇ। ਅੰਗਰੇਜ਼ ਕਹਿਣ ਲੱਗਿਆ ਵੀ ਇਹ ਤਾਂ ਠੀਕ ਹੈ, ਸਾਰੀ ਜਨਤਾ ਦੀ ਮੁਕਤੀ ਹੋਈ ਹੈ, ਤੁਹਾਡੀਆਂ ਕੁੱਲਾਂ ਦੇ ਕਿੰਨੇ ਲੋਕ ਚੀਰੇ ਗਏ ਉਹ ਵੀ ਦਿਖਾਓ। ਕਹਿੰਦੇ ਨੇ ਜੀ ਸਾਡਾ ਨਹੀਂ ਕੋਈ ਮੁਕਤ ਹੋਇਆ। ਕਿਉਂ? ਸੋਨੂੰ ਮੁਕਤੀ ਦੀ ਲੋੜ ਨਹੀਂ।
कबीर साहब ने भी इस गल ते टीका टिप्पणी की। देंदा नरक सुरग लैंदे देखो ये धिंगाणा, ये धक्का नहीं हैगा। तुसीं सुरग दे बहाने लोकां नूं नरकां नूं तोरी जांदे हो मार मार के। जिहड़ा स्वर्ग रूप सुख है दुनिया दे विच ਉਹ ਤਾਂ ਤੁਸੀਂ ਲੈ ਲਿਆ ਦਾਨ ਦੇ ਰੂਪ ਚ, ਭੇਟਾ ਸਾਰੀ ਤੁਸੀਂ ਲੈ ਗਏ, ਮਾਇਆ ਤੁਸੀਂ ਲੈ ਗਏ, ਬੰਦੇ ਨੂੰ ਕੰਗਾਲ ਕਰਤਾ। ਆ ਜਿੰਨੇ ਕਰਮ ਕਾਂਡ ਹੈ ਸੰਸਾਰ ਦੇ ਲੋਕ ਇਹਨਾਂ ਦੇ ਮਗਰ ਲੱਗ ਕੇ ਵਰਤ ਰੱਖਣੇ, ਸ਼ਰਾਧ ਕਰਨੇ, ਆਪਣੀ ਸੰਪਤੀ ਉਹਨਾਂ ਤੇ ਖਰਚ ਕਰ ਦਿੰਦਾ ਹੈ। ਪੈਸਾ ਤਾਂ ਲੈ ਜਾਂਦਾ ਹੈ, ਬਾਣੀਆਂ ਜਿੱਥੋਂ ਤੁਸੀਂ ਸ਼ਰਾਧਾਂ ਵਾਸਤੇ ਸਮਾਨ ਖਰੀਦ ਕੇ ਲਿਆਂਦਾ ਤੇ ਸਮਾਨ ਦੇਤਾ ਬ੍ਰਾਹਮਣ ਨੂੰ, ਇਹ ਦੋਨੇ ਰਲ ਕੇ ਹੀ शूदर ते खत्री नूं खा गए। कहो सतनाम श्री। इन्हां दोनों ने खा लिया, बाणीए ते ब्राह्मण ने। उन्हें कर्मकांड बनाते। असीं अपनी दसा नौहां दी किरत नाल श्राद्धां दा समान खरीद लिआंदा, पैसा वो लै गया, जिहड़ा समान लिआंदा वो ब्राह्मणां नूं खवाता। कहो सतनाम श्री। शोषण हो गया ना। उन्हां अंग्रेजां ने उस गंगा दे किनारे तो फिर ਉਹ ਆਰਾ ਪਟਵਾਇਆ ਸੀਗਾ। ਜਦੋਂ ਕਿਹਾ ਕਿ ਸਾਡਾ ਤਾਂ ਕੋਈ ਨਹੀਂ ਚੀਰਿਆ ਗਿਆ, ਕਹਿੰਦੇ ਤੁਹਾਡੇ ਨਾਂ ਦਿਖਾਓ ਕਿੰਨੇ ਲਿਖੇ ਆ, ਕਹਿੰਦੇ ਜੀ ਸਾਡਾ ਤਾਂ ਕੋਈ ਨਹੀਂ। ਇਹਦਾ ਮਤਲਬ ਇਹ ਕਰਮਕਾਂਡ ਸੀ, ਇਹ ਪਖੰਡ ਸੀ। ਬਾਬਾ ਜੀ ਕਹਿੰਦੇ ਜੇ ਕੋਈ ਆਰੇ ਥੱਲੇ ਸਿਰ ਦੇ ਕੇ ਆਪਣੇ ਆਪ ਦੇ 2 ਟੋਟੇ ਕਰਵਾ ਦੇਵੇ, ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ। ਕਰਵਤ ਕਹਿੰਦੇ ਆਰੇ ਨੂੰ। जे कोई अपने सिर नूं अपने शरीर नूं आरे नाल चरा दे के गंगा दी भेंट हो जावे तां भी रब दे नाम दे तुल नहीं पहुँचदा। सतगुरां ने भी इन्हां कर्मकांडां दे भांडे भन्ने आ थां थां ते। बाबे नानक ने एवें नहीं 4 उदासियां लाइयां दुनिया वेखण वास्ते। उहने यही वेख्या सी कित्थे कर्मकांड चल रिहा, कित्थे दुनिया दा शोषण हो रिहा है, कित्थे राजे जनता का नुकसान कर रहे हैं, कित्थे ब्राह्मण संसार का नुकसान कर रहे हैं, कित्थे जोगी लोग संसार का नुकसान कर रहे हैं। उत्थे उत्थे जाके उन्होंने मूँह ते बाबर जाबर कहा। ब्राह्मण नावै जियां घाए, ब्राह्मण बेदां दे आसरे जीवां दा शोषण करते हैं। घाए हुंदा मारना। ब्राह्मण नावै चीयां घाए, काजी होए रिश्वती। काजी हुंदे ने जज। मुसलमानां विच काजी हुंदे आ, साडे जज हुंदे ने। दोनां दा इक्को ही काम है, फैसला देना वाले। काजी भाव सरकारी लोक जिहड़े हन ये हो गए रिश्वतां लैण वाले, ते रिश्वतां लै के सच नूं झूठ ते झूठ नूं सच बना दिंदे आ। किश्वर काजी होए रिश्वती, वड्डी लैके हक गवाए। ते जोगी जोगी जुगत न जाने अंध, ते जोगी भी लोकां नूं पखंडां विच ही पाउण लगे होए आ। असली अद्दा इन्हां नूं भी पता नहीं लगे। तीने उजाड़े का बंद, ये सरकारी राजे वजीर मंत्री जज आदि ये भी दुनिया नूं उजाड़न ते लगे आ। सच नूं झूठ बना दिंदे आ रिश्वत लैके। ब्राह्मण जो धर्मी लोग हैं ये भी कर्मकांडा पखंडा दे नाल दुनिया लुट रहे हैं। ते आ गोरखनाथ दे जोगी कन पाटे मुंदरा वाले, इन्हां ने भी संसार नूं सही गाइड नहीं किया। इन्हां ने भी मार्ग जिहड़ा है कर्मकांड पखंड ही चला दिते। इस करके जोगी जुगत न जाने अंध, तीने उजाड़े का बंद, ते तिन्ने उजाड़न ते लगे हुए हैं। इस करके महाराज नूं ऐदां दे शब्द लिखने पे। बादशाह का बचन है 3 बचन, किरत करो, नाम जपो ते वंड छको। बस ये तुहाडा भला है। परमेश्वर के नाम तो वड्डी कोई चीज़ नहीं। अर्ध शरीर कटाई है सिर करवत धराए। कोई सिर के उत्ते आरा धर के शरीर नूं कटा देवे तां भी परमेश्वर के नाम के बराबर नहीं पहुँच सकता। तन है मन च लगा लिया पी मन ते रोग न जाए। मन दे विच किहड़े रोग है पिछे आपां पढ़े सीगे, पिछले शब्द दे विच पढ़े सी। सतगुरु जी ने बख्शिश कीते। तृष्णा माया मोहनी सुत बंधप घर नार। धन जोबन जग ठगिया, लब लोभ अहंकार। मोह ठगौली हौ मोई,
ਸਾ ਵਰਤੈ ਸੰਸਾਰ। ਦੁਨੀਆ ਇਹਨਾਂ ਠੱਗਾਂ ਦੇ ਨਾਲ ਲੁੱਟੀ ਜਾ ਰਹੀ ਹੈ। ਇਹ ਸਾਡੇ ਮਨ ਦੇ ਔਗਣ ਹਨ। ਹੁਣ ਜੇ ਕੋਈ ਕਹੇ ਕਿ ਮੈਂ ਹਿਮਾਲਿਆ ਪਰਬਤ ਤੇ ਬੈਠ ਕੇ ਮਨ ਨੂੰ ਸ਼ਾਂਤੀ ਦੇ ਲਵਾਂਗਾ, ਇਹ ਵਿਕਾਰ ਤਾਂ ਉੱਥੇ ਵੀ ਮਨ ਦੇ ਨਾਲ ਹੀ ਗਏ, ਜਿੱਥੇ ਮਰਜ਼ੀ ਚਲਿਆ ਜਾਵੇ। ਉੱਥੇ ਜਾ ਕੇ ਵੀ ਮਨ ਦੇ ਵਿਕਾਰ ਜਾਂਦੇ ਨਹੀਂ, ਖਤਮ ਨਹੀਂ ਹੁੰਦੇ ਗੇ, ਜਿੰਨਾ ਚਿਰ ਇਹ ਸਹੀ ਢੰਗ ਨਾਲ ਨਹੀਂ ਚੱਲਦਾ। ਚਲੋ ਹਿਮਾਲਿਆ ਪਰਬਤ ਤੱਕ ਕੋਈ ਜਾਊਗਾ, ਤੁਸੀਂ ਏਸੀ ਵਾਲੇ ਕਮਰੇ ਵਿੱਚ ਵੀ ਬੈਠ ਕੇ ਦੁੱਖਾਂ ਨੂੰ ਖਤਮ ਨਹੀਂ ਕਰ ਸਕਦੇ। ਏਸੀ ਵਾਲਾ ਕਮਰਾ ਠੰਡਾ ਹੀ ਹੁੰਦਾ, ਉੱਥੇ ਬੈਠ ਕੇ ਵੀ ਸਾਡੇ ਵਿਕਾਰ ਖਤਮ ਨਹੀਂ ਹੋ ਸਕਦੇ। ਇਸ ਕਰਕੇ ਬਾਬਾ ਜੀ ਕਹਿੰਦੇ ਜੇ ਕੋਈ ਹਿਮਾਲਿਆ ਪਰਬਤ ਤੇ ਜਾ ਕੇ ਬਰਫਾਂ ਦੇ ਵਿੱਚ ਜਾ ਕੇ ਸਰੀਰ ਨੂੰ ਗਾਲ ਦੇਵੇ, ਜਿਹੜੀਆਂ ਮਨ ਦੀਆਂ ਬਿਮਾਰੀਆਂ ਉੱਥੇ ਜਾ ਕੇ ਵੀ ਨਹੀਂ ਹਟਦੀਆਂ, ਇਹ ਤਾਂ ਮਨ ਦੇ ਉੱਤੇ ਧਿਆਨ ਮਾਰ ਕੇ ਹੀ ਹਟਣਗੀਆਂ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ। ਇਹ ਬਿਮਾਰੀਆਂ ਤਾਂ ਗਿਆਨ ਨਾਲ ਹੀ ਹਟ ਸਕਦੀਆਂ। ਚਾਹੇ ਕੋਈ ਅੱਗ ਦੀਆਂ ਧੂਣੀਆਂ 'ਚ ਬਹਿ ਜੇ, ਚਾਹੇ ਕੋਈ ਏਸੀ ਰੂਮਾਂ 'ਚ ਬਹਿ ਜੇ, ਠੰਡੇ ਥਾਂ ਤੇ ਬਹਿ ਜੇ, ਹਿਮਾਲਿਆ ਪਰਬਤ ਤੇ ਬਹਿ ਜੇ, ਇਹ ਮਨ ਦੀਆਂ ਬਿਮਾਰੀਆਂ ਇਹਨਾਂ ਦੇ ਨਾਲ ਨਹੀਂ ਨਿਕਲਣੀਆਂ। ਚਾਹੇ ਕੋਈ ਪੋਹ ਮਾਘ ਵਿੱਚ ਪਾਣੀ ਵਿੱਚ ਬੈਠਾ ਰਵੇ। ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ। ਹਰਿ ਨਾਮੈ ਤੁਲਨਾ ਪੁਜਾਈ, ਸਭ ਡਿੱਠੀ ਠੋਕ ਬਜਾਏ। ਠੋਕ ਬਜਾਏ ਕਹਿਣ ਦਾ ਮਤਲਬ ਲੋਹੇ ਤੇ ਲਕੀਰ ਹੈ। ਮੈਂ ਸੱਚ ਕਹਿਣਾ, ਭਾਵੇਂ ਤੁਸੀਂ ਪਰਖ ਕੇ ਦੇਖ ਲਓ। ਹਰੀ ਦਾ ਨਾਮ ਹੈ ਜਿਹੜਾ, ਉਹ ਤੈਨੂੰ ਗਿਆਨ ਦੇਵੇਗਾ। ਔਰ ਗੁਰੂ ਪਿਆਰੋ ਸਾਧ ਜਾਣਿਓ, ਸਿਮਰਨ ਕਰਨ ਦੇ ਨਾਲ ਸਾਡੇ ਦਿਮਾਗ ਦੀਆਂ ਜਿਹੜੀਆਂ ਵਾਈਬ੍ਰੇਸ਼ਨ ਹੈ ਉਹ ਕਲੀਅਰ ਹੁੰਦੀਆਂ, ਸਾਫ਼ ਹੁੰਦੀਆਂ। ਸਾਡੀ ਸੋਚ ਸਾਫ਼ ਹੁੰਦੀ ਹੈ। ਜਿਵੇਂ ਜਿਵੇਂ ਗੁਰਮੰਤਰ ਦੀ ਚੋਟ ਪੈਂਦੀ ਹੈ ਅੰਦਰ, ਤਿਵੇਂ ਤਿਵੇਂ ਸਾਡੀ ਸੋਚ ਬਦਲਦੀ ਹੈ। ਸਾਡੀਆਂ ਬਰੀਕ ਨਾੜੀਆਂ, ਗਿਆਨ ਦੀਆਂ ਨਾੜੀਆਂ ਐਕਟੀਵੇਟ ਹੁੰਦੀਆਂ, ਚਾਲੂ ਹੁੰਦੀਆਂ, ਸੋਝੀ ਆਉਂਦੀ ਹੈ ਮਨੁੱਖ ਨੂੰ। ਪ੍ਰੀਤਮ ਜੀ ਕਹਿੰਦੇ, ਮੈਂ ਡਿੱਠੀ ਠੋਕ ਬਜਾਏ, ਮੈਂ ਸੱਚ ਕਹਿਣਾ ਲੋਹੇ ਤੇ ਲਕੀਰ ਆ। ਜੇ ਕਿਸੇ ਨੂੰ ਮਨ ਦੀ ਸ਼ਾਂਤੀ ਏਸੀ ਰੂਮ 'ਚ ਬੈਠ ਕੇ ਆ ਜੇ, ਬਰਫਾਂ 'ਚ ਬੈਠ ਕੇ ਆ ਜੇ। ਪੋਹ ਦੇ ਮਹੀਨਾ ਤਾਂ ਬਹੁਤ ਠੰਡਾ ਸੀਗਾ। ਇਸ ਠੰਡ ਦੇ ਵਿੱਚ ਵੀ ਲੋਕਾਂ ਦੀਆਂ ਲੜਾਈਆਂ ਝਗੜੇ ਬੰਦ ਤਾਂ ਨਹੀਂ ਹੋਏ। ਕਿੰਨੇ ਲੋਕ ਮਰੇ ਲੜਾਈਆਂ ਝਗੜੇ ਕਰਕੇ। ਤੇ ਪੋਹ ਦਾ ਮਹੀਨਾ ਤਾਂ ਬਹੁਤ ਠੰਡਾ ਸੀਗਾ, ਫਿਰ ਮਨ ਕਿਉਂ ਨਾ ਠੰਡਾ ਹੋਇਆ ਲੋਕਾਂ ਦਾ? ਨਹੀਂ ਹੋਇਆ, ਭਾਵ ਨਹੀਂ ਹੋ ਸਕਦਾ ਪਰਮੇਸ਼ਰ ਦੀ ਕਿਰਪਾ ਤੋਂ ਬਗੈਰ, ਆਪਣੇ ਆਪੇ ਦੀ ਖੋਜ ਕਰੇ ਤੋਂ ਬਗੈਰ, ਗਿਆਨ ਤੋਂ ਬਗੈਰ। ਅੱਗੇ ਪਾਤਸ਼ਾਹ ਕਹਿੰਦੇ, ਹੁਣ ਅੱਗੇ ਚੱਲ ਪਾਓ ਦਾਨ ਪੁੰਨ ਵਾਲੇ ਪਾਸੇ। ਕਾਂਚਨ ਕੇ ਕੋਟ ਦੱਤ ਕਰੀ। ਕੋਈ ਕਹੇ ਕਿ ਸ਼ਾਇਦ ਮੈਨੂੰ ਦਾਨ ਕਰਕੇ ਸ਼ਾਂਤੀ ਮਿਲ ਜਾਵੇ, ਨਹੀਂ ਮਿਲਦੀ। ਹਾਂ ਠੀਕ ਹੈ, ਕਿਸੇ ਗਰੀਬ ਨੂੰ, ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ ਤੁਹਾਨੂੰ ਆਨੰਦ ਆਊਗਾ, ਖੁਸ਼ੀ ਹੋਊਗੀ, ਚਲੋ ਵਿਚਾਰਾ ਭੁੱਖਾ ਸੀ। ਪਰ ਜੇ ਕੋਈ ਕਹੇ ਕਿ ਮੇਰੇ ਕੋਲੇ ਮਾਇਆ ਬਹੁਤ ਹੈ, ਮੈਂ ਮਾਇਆ ਲਾ ਕੇ ਹੀ ਸ਼ਾਂਤੀ ਖਰੀਦ ਲਵਾਂ, ਮਾਇਆ ਖਰਚ ਕਰਕੇ ਸ਼ਾਂਤੀ, ਆਤਮਾ ਦੀ ਸ਼ਾਂਤੀ ਨਹੀਂ ਖਰੀਦੀ ਜਾਂਦੀ, ਜਿੰਨੀ ਮਰਜ਼ੀ ਕੋਈ ਖਰਚ ਕਰ ਲੇ। ਕੋਈ ਸੋਨੇ ਦੇ ਕਿਲੇ ਬਣਾ ਕੇ ਦਾਨ ਕਰ ਦੇਵੇ, ਬਹੁ ਹੈ ਵਰਗੈ ਵਰਦਾਨ, ਕੋਈ ਹਾਥੀ ਘੋੜੇ ਦਾਨ ਕਰ ਦੇਵੇ, ਭੂਮ ਦਾਨ ਕੋਈ ਧਰਤੀ ਦਾਨ ਕਰ ਦੇਵੇ, ਗਊਆਂ ਘਣੀ। ਗਊਆਂ ਦਾ ਦਾਨ ਪਹਿਲਾਂ ਚੱਲਦਾ ਸੀਗਾ, ਬ੍ਰਾਹਮਣ ਲੋਕਾਂ ਨੇ ਗੱਲ ਚਲਾਈ ਸੀ ਗਊ ਦਾ ਦਾਨ ਕਰਨਾ। ਗਊਆਂ ਘਣੀ ਭੀ ਅੰਤਰ ਗਰਭ ਗੁਮਾਨ, ਇਹ ਦਾਨ ਕਰਕੇ ਵੀ ਹੰਕਾਰ ਪੈਦਾ ਹੋ ਜਾਂਦਾ ਹੈ। ਮੇਰੇ ਵਰਗਾ ਕਿਹੜਾ, ਮੈਂ ਦਾਨ ਕੀਤਾ ਇੰਨਾ। ਆ ਮਾਘੀ ਤੇ ਲੋਕਾਂ ਨੇ ਬੜਾ ਦਾਨ ਕੀਤਾ, ਕੇਵਲ ਇੱਕ ਦਿਨ ਸੰਗਰਾਂਦ ਵਾਲੇ ਦਿਨ ਵੀ ਅੱਜ ਦਾਨ ਕਰਨਾ ਚਾਹੀਦਾ, ਤੇ ਅੱਜ ਬਾਕੀ ਮਹੀਨੇ ਵਿੱਚ, ਅਗਲੇ ਪਿਛਲੇ ਮਹੀਨਿਆਂ ਵਿੱਚ ਉਦੋਂ ਕੋਈ ਲੋੜਵੰਦ ਆ ਗਿਆ ਤੇ ਉਸ ਨੂੰ ਭਜਾ ਦੇਣਾ, ਕੋ ਸਤਨਾਮ ਸੀ। ਫਿਰ ਉਹ ਦਾਨ ਕਿਵੇਂ ਕੰਮ ਆਊਗਾ? ਇੱਕ ਦਿਨ ਦਾ ਕੀਤਾ ਹੋਇਆ। ਇਸ ਕਰਕੇ ਲੋਕਾਂ ਨੂੰ ਐਸੇ ਕਰਮ ਕਾਂਡਾਂ ਵਿੱਚ ਪਾਇਆ ਗਿਆ। ਸਤਿਗੁਰਾਂ ਨੇ ਉਹਨਾਂ ਤੇ ਲਖੀਰ ਮਾਰੀ, ਕਾਟਾ ਮਾਰਿਆ, ਉਹਨਾਂ ਨੂੰ ਕੱਟਿਆ। ਰਾਮ ਨਾਮ ਮਨ ਬੇਦਿਆ, ਗੁਰ ਦੀਆ ਸੱਚ ਦਾਨ। ਭਾਈ ਸਾਨੂੰ ਤਾਂ ਪਰਮੇਸ਼ਰ ਦਾ ਨਾਮ ਮਿਲਿਆ, ਇਹ ਪਰਮੇਸ਼ਰ ਦਾ ਨਾਮ ਹੀ
ਸਾਡੇ ਅੰਦਰ ਗਿਆਨ ਪੈਦਾ ਕਰਕੇ ਸੰਸਾਰਕ ਸੁੱਖ ਦੇਵੇਗਾ। ਇਹੋ ਹੀ ਅਧਿਆਤਮਕ ਸੁੱਖ ਦੇ ਸਕਦਾ ਹੈ, ਆਤਮਿਕ ਸੁੱਖ ਦੇ ਸਕਦਾ ਹੈ। ਤਾਂ ਤੇ ਹਰੀ ਦੇ ਨਾਮ ਨਾਲ ਜੁੜਨਾ ਚਾਹੀਏ। ਵਿਚਾਰਕ ਪਦਿਆਂ ਦੀ ਵਿਚਾਰ ਆਪਾਂ ਸਾਂਝੀ ਕੀਤੀ। ਅਗਲੇ 4 ਪਦਿਆਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।